ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਵਡਭਾਗੇ ਹੋ, ਜੋ ਇਸ ਸਮੇਂ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਬੈਠ ਕਰਕੇ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਸਰਵਣ ਕਰਕੇ ਸਾਂਝ ਪਾ ਕਰਕੇ ਆਪਣੇ ਜੀਵਨ ਦੇ ਕਰਮਾਂ ਅਤੇ ਸਵਾਸਾਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ। ਆਓ ਆਰੰਭਤਾ ਕਰੀਏ। ਪਾਵਨ ਅੰਕ 44 ਦੇ ਉੱਪਰੋਂ ਹੇਠਾਂ ਤੋਂ ਜਿਹੜਾ ਹੈ 78 ਨੰਬਰ ਸ਼ਬਦ ਦੀ ਜਿਹੜੀ ਹੈ ਆਰੰਭਤਾ ਹੋ ਰਹੀ ਹੈ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਪੰਜਵਾਂ। ਨਾਮ ਧਿਆਏ ਸੋ ਸੁਖੀ, ਜਿਸ ਮੁਖ ਉਜਲ ਹੋਏ। ਨਾਮ ਧਿਆਏ, ਜਿਹੜਾ ਮਨੁੱਖ ਨਾਮ ਧਿਆਉਂਦਾ ਹੈ ਸੋ ਸੁਖੀ, ਉਹੀ ਜਿਹੜਾ ਹੈ ਸੁਖ ਪ੍ਰਾਪਤ ਕਰਦਾ ਹੈ, ਉਹੀ ਸੁਖੀ ਰਹਿੰਦਾ ਹੈ। ਜਿਸ ਮੁਖ ਉਜਲ ਹੋਏ, ਇੱਥੇ ਜਿਸ ਹੈ ਤਿਸ ਮੁਖ, ਤਿਸ ਮੁਖ ਉਜਲ ਹੋਏ ਕਿ ਤਿਸ ਦਾ ਜਿਹੜਾ ਮੁਖ ਹੈ ਉਹ ਉਸ ਦੇ ਮਾਲਕ ਦੇ ਘਰ ਦੇ ਅੰਦਰ ਹਜ਼ੂਰੀ ਅੰਦਰ ਉਜਲ ਹੋ ਜਾਂਦਾ ਹੈ, ਭਾਵ ਸੁਰਖਰੂ ਹੋ ਜਾਂਦਾ ਹੈ। ਪੂਰੇ ਗੁਰ ਤੇ ਪਾਈਐ, ਪ੍ਰਗਟ ਸਭਨੀ ਲੋਏ। ਪਾਤਸ਼ਾਹ ਜੀ ਆਖਣ ਲੱਗੇ ਇਹ ਨਾਮ ਦੇ ਨਾਲ ਜਿਹੜਾ ਸੁਖ ਪ੍ਰਾਪਤ ਹੁੰਦਾ ਹੈ, ਅਤੇ ਇਹ ਜਿਹੜਾ ਨਾਮ ਹੈ ਜਿਸ ਦੇ ਨਾਲ ਸੁਖ ਜਿਹੜਾ ਮਿਲਦਾ ਹੈ, ਇਹ ਨਾਮ ਪੂਰੇ ਗੁਰੂ ਤੋਂ ਹੀ ਮਿਲਦਾ ਹੈ। ਇਹਦੀ ਪ੍ਰਾਪਤੀ ਨਾਮ ਦੀ ਪੂਰੇ ਗੁਰੂ ਤੋਂ ਹੀ ਹੁੰਦੀ ਹੈ। ਭਾਵੇਂ ਨਾਮ ਦਾ ਮਾਲਕ ਜਿਹੜਾ ਪਰਮੇਸ਼ਰ ਹੈ, ਪ੍ਰਭੂ ਹੈ, ਉਹ ਸਾਰੇ ਭਵਨਾਂ ਵਿੱਚ ਹੀ ਪ੍ਰਤੱਖ ਤੌਰ ਤੇ ਜਿਹੜਾ ਹੈ ਵਸਦਾ ਹੈ। ਪ੍ਰਗਟ ਸਭਨੀ ਲੋਏ ਕਿ ਸਾਰੇ ਭਵਨਾਂ ਦੇ ਵਿੱਚ ਉਹ ਪ੍ਰਗਟ ਪ੍ਰਤੱਖ ਰੂਪ ਦੇ ਵਿੱਚ ਵਰਤਦਾ ਹੈ। ਉਹਦਾ ਨਾਮ ਹੈ ਜਿਹੜਾ ਉਹ ਪੂਰੇ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਕੈ ਘਰ ਵਸੈ, ਏਕੋ ਸੱਚਾ ਸੋਏ। ਪਾਤਸ਼ਾਹ ਜੀ ਆਖਣ ਲੱਗੇ ਉਹ ਜਿਹੜਾ ਸੱਚਾ ਹੈ ਮਾਲਕ, ਸੱਚਾ ਸੋਏ, ਉਹ ਮਾਲਕ ਹੈ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਸਾਧ ਸੰਗਤ ਕੈ ਘਰ ਵਸੈ। ਉਹ ਸਾਧ ਸੰਗਤ ਦੇ ਘਰ ਵਿੱਚ ਵਸਦਾ ਹੈ, ਭਾਵ ਜਿੱਥੇ ਸਾਧ ਸੰਗਤ ਹੈ ਉਹ ਪ੍ਰਤੱਖ ਰੂਪ ਦੇ ਵਿੱਚ ਜਿਹੜਾ ਉੱਥੇ ਵਰਤਦਾ ਹੈ। ਬਾਵਨ ਬਾਣੀ ਦੇ ਅੰਦਰ ਸਤਿਗੁਰੂ ਜੀ ਹੋਰ ਵੀ ਕਈ ਥਾਵਾਂ ਤੇ ਇਹ ਜ਼ਿਕਰ ਜਿਹੜਾ ਉਹ ਕਰਦੇ ਹਨ ਕਿ ਮਾਲਕ ਜਿਹੜਾ ਹੈ ਉਹ ਸਾਧ ਸੰਗਤ ਵਿੱਚ ਹੀ ਵਸਦਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਉ, ਕਿ ਸਾਧ ਸੰਗਤ ਦੇ ਵਿੱਚ ਹੀ ਜਿਹੜਾ ਹੈ ਵਸਦਾ ਹੈ। ਮੇਰੇ ਮਨ ਹਰ ਹਰ ਨਾਮ ਧਿਆਏ, ਨਾਮ ਸਹਾਈ ਸਦਾ ਸੰਗ, ਆਗੈ ਲਏ ਛਡਾਈ ਰਹਾਉ।
ਪਾਤਸ਼ਾਹ ਜੀ ਆਖਣ ਲੱਗੇ, ਮੇਰੇ ਮਨ, ਹੇ ਮੇਰੇ ਮਨ, ਹਰ ਹਰ ਨਾਮ ਧਿਆਏ, ਕਿ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਸਿਮਰ, ਉਹਦੇ ਨਾਮ ਨਾਲ ਸਾਂਝ ਪਾ, ਅਤੇ ਨਾਮ ਸਹਾਈ ਸਦਾ ਸੰਗ, ਆਗੈ ਲੈ ਛਡਾਏ। ਪਾਤਸ਼ਾਹ ਜੀ ਆਖਣ ਲੱਗੇ ਕਿ ਉਸ ਮਾਲਕ ਦਾ ਨਾਮ ਹੈ ਜਿਹੜਾ ਉਹ ਇਸ ਜਿੰਦ ਦੀ, ਇਸ ਜੀਵ ਦੀ ਸਹਾਇਤਾ ਕਰਨ ਵਾਲਾ ਹੈ, ਸਦਾ ਜਿਹੜਾ ਇਸ ਜਿੰਦ ਦੇ ਨਾਲ ਹੀ ਰਹਿੰਦਾ ਹੈ, ਅਤੇ ਅਗਾਂਹ ਆਉਣ ਵਾਲੇ ਸਮੇਂ ਦੇ ਅੰਦਰ ਵੀ ਫਿਰ ਉਹ ਜਮਾਂ ਤੋਂ ਛੁਡਾ ਲੈਂਦਾ ਹੈ, ਵਿਕਾਰਾਂ ਤੋਂ ਜਿਹੜਾ ਹੈ ਛੁਡਾ ਲੈਂਦਾ ਹੈ, ਆਪੇ ਲਏ ਛੁਡਾਏ, ਕਿ ਆਪ ਹੀ ਫਿਰ ਉਹ ਆਗੈ ਲਏ ਛੁਡਾਏ, ਆਪ ਜਿਹੜਾ ਉਹ ਛੁਡਾ ਲੈਂਦਾ ਹੈ। ਰਹਾਉ। ਦੁਨੀਆ ਕੀਆਂ ਵਡਿਆਈਆਂ, ਕਵਨੈ ਆਵਹਿ ਕਾਮ, ਇਹ ਨਾਸਕੀ ਉਚਾਰਨ ਨੇ ਤਿੰਨੇ ਸ਼ਬਦ ਪਹਿਲੇ। ਦੁਨੀਆ ਕੀਆਂ ਭਾਵ ਬਹੁਤਾ ਹੈ, ਜੇ ਇਹਨੂੰ ਦੁਨੀਆ ਕੀਆ, ਕੀਆ ਤੋਂ ਭਾਵ ਹੈ ਕੀਤਾ, ਕਰਨਾ। ਜੇ ਇਹਨੂੰ ਕੀਆਂ ਪੜਾਂਗੇ ਤਾਂ ਇਹਦਾ ਕੀ ਦੁਨੀਆ ਦੀਆਂ ਹੋ ਜਾਏਗਾ। ਦੁਨੀਆ ਕੀਆਂ ਵਡਿਆਈਆਂ। ਪਾਤਸ਼ਾਹ ਜੀ ਆਖਣ ਲੱਗੇ, ਕਵਨੇ ਆਵੈ ਕਾਮ, ਕਿ ਹੇ ਮੇਰੇ ਮਨ, ਦੁਨੀਆ ਵਾਲੀਆਂ, ਦੁਨੀਆ ਦੀਆਂ ਇਹ ਵਡਿਆਈਆਂ ਕਿਸੇ ਕੰਮ ਨਹੀਂ ਆਉਂਦੀਆਂ। ਭਾਵ ਇਹ ਤੇਰੇ ਨਾਲ ਅਖੀਰ ਤੱਕ ਨਾਲ ਨਹੀਂ ਨਿਭਦੀਆਂ। ਤੂੰ ਦੁਨੀਆ ਦੀਆਂ ਵਡਿਆਈਆਂ ਲੈਣ ਦੇ ਲਈ ਕਈ ਵਾਰ ਤੂੰ ਗੁਰੂ ਦੇ ਸ਼ਬਦ ਤੋਂ, ਉਸ ਮਾਲਕ ਦੇ ਹੁਕਮ ਤੋਂ ਉਲਟਾ ਵੀ ਜਿਹੜੇ ਉਹ ਕਈ ਕੰਮ ਕਰਦਾ ਹੈ। ਇਹੋ ਹੀ ਤਾਂ ਸਮਾਜ ਦੇ ਵਿੱਚ ਅੱਜ ਕੱਲ੍ਹ ਕਹਿ ਲਈਏ, ਪਿਛਲੇਰੇ ਦੀਵਾਨਾਂ ਦੇ ਵਿੱਚ ਵੀ ਆਪਾਂ ਸਾਂਝ ਕੀਤੀ ਸੀ ਕਿ ਜੇਕਰ ਅੱਜ ਕੋਈ ਕਰਜ਼ਾ ਚੁੱਕਦਾ ਹੈ ਜਾਂ ਕਰਜ਼ਾ ਲੈਂਦਾ ਹੈ, ਹੋ ਸਕਦਾ ਕਿਸੇ ਦੀ ਮਜਬੂਰੀ ਹੋਵੇ, ਪਰ ਬਹੁਤਿਆਂ ਦੀ ਮਜਬੂਰੀ ਨਹੀਂ ਹੁੰਦੀ। ਉਹ ਦੇਖਾ ਦੇਖੀ ਲੈਂਦੇ ਨੇ ਕਿ ਕੋਈ ਗੱਲ ਨਹੀਂ, ਸਰਕਾਰ ਨੇ ਜਾਂ ਤਾਂ ਮਾਫ ਕਰ ਦੇਣੇ ਹੈ, ਕੋਈ ਗੱਲ ਨਹੀਂ, ਨਹੀਂ ਤੇ ਥੋੜਾ ਅੱਗੇ ਪਿੱਛੇ ਹੋ ਜਾਊਗਾ, ਆਪੇ ਲੈਟਰ ਆਈ ਜਾਣਗੇ, ਮੁੜੀ ਜਾਣਗੇ, ਕਿਹੜਾ ਕੁਝ ਹੋਣ ਲੱਗਾ, ਜੇ ਕੋਈ ਆਏਗਾ ਤੇ ਅੱਗੋਂ ਅਸੀਂ ਰੌਲਾ ਪਾ ਲੈਣਾ। ਕਹਿਣ ਤੋਂ ਭਾਵ ਹੈ ਜਦੋਂ ਨਹੀਂ ਮੁੜਦਾ ਤੇ ਫਿਰ ਕਈ ਵਾਰ ਗਲਤ ਸਟੈਪ ਵੀ ਜਿਹੜਾ ਹੈ ਉਹ ਚੁੱਕਿਆ ਜਾਂਦਾ ਹੈ। ਪਰ ਕਹਿਣ ਦਾ ਭਾਵ ਹੈ ਸ਼ੁਰੂ ਕਿੱਥੋਂ ਹੁੰਦਾ? ਦੁਨੀਆ ਕੀਆਂ ਵਡਿਆਈਆਂ, ਸ਼ੁਰੂ ਇੱਥੋਂ ਹੀ ਹੁੰਦਾ ਹੈ ਕਿ ਜੇ ਫਲਾਣਾ ਅੱਗੇ ਲੰਘ ਗਿਆ ਤੇ ਹੁਣ ਮੈਂ ਪਿੱਛੇ ਕਿਉਂ ਰਵਾਂ, ਮੈਂ ਵੀ ਉਹ ਤੋਂ ਅੱਗੇ ਲੰਘਾਂ। ਜੇ ਉਸ ਫਲਾਣੇ ਬੰਦੇ ਨੇ, ਮੇਰੇ ਗਵਾਂਢੀ ਨੇ ਜਾਂ ਕਿਸੇ ਰਿਸ਼ਤੇਦਾਰ ਨੇ ਆਹ ਕੰਮ ਕੀਤਾ, ਹੁਣ ਮੈਂ ਉਹ ਤੋਂ ਵੱਡਾ ਕਰਕੇ ਵਿਖਾਉਣਾ। ਇਹ ਹੈ ਵਡਿਆਈਆਂ, ਕਿ ਦੁਨੀਆ ਆਖੇ ਕਿ ਫਲਾਣੇ ਨੇ ਆਹ ਕੀਤਾ ਸੀ, ਉਹਨੇ ਆਹ ਕੀਤਾ ਹੈ। ਪਾਤਸ਼ਾਹ ਜੀ ਆਖਣ ਲੱਗੇ, ਇਹ ਵਡਿਆਈਆਂ ਤੇਰੇ ਕਿਸੇ ਕੰਮ ਨਹੀਂ, ਇਹਨਾਂ ਨਾਲ ਤੈਨੂੰ ਕੋਈ ਲਾਭ ਨਹੀਂ ਹੋਣਾ। ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ। ਪਾਤਸ਼ਾਹ ਜੀ ਆਖਣ ਲੱਗੇ, ਨਿਦਾਨ ਤੋਂ ਭਾਵ ਓੜਕ ਨੂੰ, ਫਿੱਕਾ ਭਾਵ ਬੇਸਵਾਦਾ, ਹੋਸ਼ਾ, ਕਿ ਮਾਇਆ ਦੇ ਕਾਰਨ ਮੂੰਹ ਉੱਤੇ ਦਿਸਦਾ ਜਿਹੜਾ ਰੰਗ ਉਹ ਫਿੱਕਾ ਪੈ ਜਾਂਦਾ ਹੈ। ਭਾਵ ਜੋ ਅਸਲੀ ਜੀਵਨ ਦਾ ਰੰਗ ਹੁੰਦਾ ਹੈ ਨਾ, ਜੋ ਜੀਵਨ ਦਾ ਮੂਲ ਹੁੰਦਾ, ਉਹ ਫਿੱਕਾ ਪੈ ਜਾਂਦਾ ਮਾਇਆ ਦੇ ਕਰਕੇ, ਕਿਉਂਕਿ ਇਹ ਰੰਗ ਆਖਰ ਨੂੰ ਨਾਸ ਹੋ ਜਾਂਦਾ ਹੈ। ਮਾਇਆ ਦਾ ਰੰਗ ਹੈ, ਇਹਨੇ ਤੇ ਲੈਣਾ ਹੀ ਲੈਣਾ, ਕਿਉਂਕਿ ਇਹ ਕੁਸੁੰਭ ਵਰਗਾ ਹੈ, ਕਿ ਕੱਚਾ ਰੰਗ ਕੁਸੁੰਭ ਕਾ, ਕਿ ਇਹ ਤੇ ਬਸ ਵੇਖਣ ਨੂੰ ਸੋਹਣਾ ਲੱਗਦਾ ਹੈ, ਪਰ ਇਹ ਕੁਝ ਸਮੇਂ ਬਾਅਦ ਜਿਹੜਾ ਬਿਨਸ ਜਾਂਦਾ, ਖਤਮ ਹੋ ਜਾਂਦਾ, ਇਹਨੇ ਨਾਸ਼ ਹੋਣਾ ਹੀ ਹੋਣਾ, ਇਹਨੇ ਖਤਮ ਹੋਣਾ ਹੀ ਹੋਣਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ, ਜਾਤੋ ਬਿਨਸ ਨਿਦਾਨ, ਇਹ ਮਾਇਆ ਦਾ ਰੰਗ ਜਿਹੜਾ ਹੈ ਇਹ ਫਿੱਕਾ ਹੈ। ਜਾਕੈ ਹਿਰਦੈ ਹਰਿ ਵਸੈ, ਸੋ ਪੂਰਾ ਪ੍ਰਧਾਨ। ਪ੍ਰਧਾਨ ਭਾਵ ਮੰਨਿਆ ਪ੍ਰਮੰਨਿਆ। ਸਤਿਗੁਰੂ ਜੀ ਆਖਣ ਲੱਗੇ, ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਉਹ ਫਿਰ ਸਾਰੇ ਗੁਣਾਂ ਵਾਲਾ ਹੋ ਜਾਂਦਾ, ਭਾਵ ਸਾਰੇ ਗੁਣਾਂ ਦਾ ਮਾਲਕ ਹੋ ਜਾਂਦਾ ਹੈ, ਤੇ ਹਰ ਥਾਂ ਤੇ ਫਿਰ ਉਹਦੀ ਇੱਜ਼ਤ ਹੁੰਦੀ ਹੈ, ਹਰ ਥਾਂ ਤੇ ਉਹਨੂੰ ਮੰਨਿਆ ਪ੍ਰਮੰਨਿਆ ਸਮਝਿਆ ਜਾਂਦਾ ਹੈ। ਭਾਵ ਕਿ ਉਹ ਫਿਰ ਸਮਾਜ ਦੇ ਅੰਦਰ ਵੀ, ਫਿਰ ਜਦੋਂ ਪਾਤਸ਼ਾਹ ਜੀ ਰਹਿਮਤ ਕਰਦੇ, ਸ਼ੁਰੂ ਦੇ ਵਿੱਚ ਹੁੰਦਾ ਹੈ ਕਿ ਦੁਨੀਆ ਬੜੀ ਵਿਰੋਧਤਾ ਕਰਦੀ ਹੈ, ਪਰ ਜਦੋਂ ਸੱਚਾਈ ਦਾ ਪਤਾ ਲੱਗਦਾ ਹੈ, ਫਿਰ ਦੁਨਿਆਈ ਫਿਰ ਉਸਤਤੀ ਦੇ ਵਿੱਚ ਆ ਜਾਂਦੀ ਹੈ। ਫਿਰ
ਉਸ ਦੇ ਅੱਗੇ ਫਿਰ ਦੁਨੀਆ ਝੁਕਣ ਤੱਕ ਲੱਗ ਪੈਂਦੀ ਹੈ। ਭਾਵ ਸੱਚੇ ਮਾਰਗ ਚਲਦਿਆਂ ਉਸਤਤ ਕਰੈ ਜਹਾਨ ਕੀ। ਜਿਹੜਾ ਉਸ ਮਾਲਕ ਦੇ ਮਾਰਗ ਤੇ ਚੱਲਦਾ ਹੈ ਫਿਰ ਦੁਨੀਆ ਉਹਦੀ ਉਸਤੀ ਵੱਲ ਆ ਜਾਂਦੀ ਹੈ। ਹੁਣ ਹੋ ਸਕਦਾ ਹੈ ਕਿ ਬਾਬਾ ਦੀਪ ਸਿੰਘ ਜੀ ਉਦੋਂ ਭਾਵੇਂ ਘੱਟ ਲੋਕ ਜਿਹੜੇ ਜਾਣਦੇ ਹੋਣ, ਪਰ ਅੱਜ ਸਾਰੀ ਦੁਨੀਆ ਜਾਣਦੀ ਹੈ। ਹਰ ਇੱਕ ਬੱਚੇ ਨੂੰ ਪਤਾ ਹੈ। ਭਾਵ ਅੱਜ ਉਹਨਾਂ ਦੀ ਹਰ ਕੋਈ, ਇੱਕ ਨਹੀਂ, ਜਿੰਨੇ ਵੀ ਜਿਹੜੇ ਸਿੰਘ ਸ਼ਹੀਦ ਹੋਏ ਨੇ ਜਾਂ ਇਤਿਹਾਸ ਦੇ ਅੰਦਰ ਹੋਏ ਨੇ, ਸਾਰੇ ਜਾਣਦੇ ਨੇ, ਸਾਰਿਆਂ ਦਾ ਅਸੀਂ ਨਾਮ ਲੈਂਦੇ। ਕਿੰਨਾ ਸਾਨੂੰ ਫਕਰ ਵੀ ਹੈ। ਕਹਿਣ ਤੋਂ ਭਾਵ ਹੈ ਕਿ ਉਹ ਸੱਚੇ ਮਾਰਗ ਤੇ ਤੁਰੇ, ਤੇ ਸੱਚੇ ਮਾਰਗ ਵਾਲਿਆਂ ਦੀ ਉਸਤੀ ਹਮੇਸ਼ਾ ਹੀ ਰਹਿੰਦੀ, ਦੁਨੀਆ ਤੱਕ ਹੁੰਦੀ ਉਹ ਰਹਿੰਦੀ ਹੈ। ਸਾਧੂ ਕੀ ਹੋ ਰੇਣਕਾ ਆਪਣਾ ਆਪ ਤਿਆਗ। ਭਾਵ ਹੈ ਮੇਰੇ ਮਨ, ਗੁਰੂ ਦੇ ਚਰਨਾਂ ਦੀ ਧੂੜ ਬਣ। ਇੱਥੇ ਸਾਧੂ ਦਾ ਅਰਥ ਗੁਰੂ ਹੈ। ਆਪਾਂ ਪਹਿਲਾਂ ਵੀ ਇਸ ਸ਼ਬਦ ਦੀ ਵਿਚਾਰ ਕਰ ਚੁੱਕੇ ਹਾਂ। ਸਾਧ, ਸਾਧੂ ਅਤੇ ਸੰਤ, ਬਹੁਤੀ ਵਾਰ ਇਹ ਸ਼ਬਦ ਗੁਰੂ ਦੇ ਲਈ ਵਰਤਿਆ ਗਿਆ ਹੈ ਗੁਰਬਾਣੀ ਦੇ ਅੰਦਰ, ਕਿਸੇ ਵਿਸ਼ੇਸ਼ ਵਿਅਕਤੀ ਦੇ ਲਈ ਨਹੀਂ ਕਿ ਜਿਹਦੇ ਅੱਗੇ ਸੰਤ ਲੱਗਿਆ ਹੈ ਜਾਂ ਜਿਹੜਾ ਆਪਣੇ ਆਪ ਨੂੰ ਸੰਤ ਦੱਸਦਾ, ਸਾਧੂ ਦੱਸਦਾ, ਉਸ ਲਈ ਨਹੀਂ, ਗੁਰੂ ਲਈ। ਜਿਹੜਾ ਸੱਚਾ ਗੁਰੂ ਹੈ ਉਸ ਮਾਲਕ ਦੇ ਨਾਲ ਗੁਰ ਪਰਮੇਸ਼ਰ ਇੱਕੋ ਜਾਨ ਹੈ, ਜਿਹੜਾ ਗੁਰੂ ਦੇ ਨਾਲ ਇੱਕਮਿਕ ਹੈ। ਕਿ ਗੁਰੂ ਦੇ ਚਰਨਾਂ ਦੀ ਧੂੜ ਬਣ ਤੇ ਆਪਣਾ ਆਪਾ ਭਾਵ ਛੱਡ ਦੇ, ਆਪਣਾ ਆਪਾ ਤਿਆਗ ਦੇ, ਆਪਣੀ ਮੱਤ ਛੱਡ ਦੇ। ਉਪਾਵ ਸਿਆਨਪ ਸਗਲ ਛੱਡ ਗੁਰ ਕੇ ਚਰਣੀ ਲਾਗ। ਹੇ ਮੇਰੇ ਮਨ, ਹੋਰ ਸਾਰੇ ਹੀਲੇ ਛੱਡ ਦੇ, ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੀ ਚਰਨ, ਗੁਰੂ ਦੇ ਚਰਨਾਂ ਦੇ ਵਿੱਚ ਪੈ ਜਾ। ਗੁਰੂ ਦੇ ਚਰਨਾਂ ਦੇ ਨਾਲ ਜਿਹੜਾ ਹੈ ਉਹ ਜੁੜ ਜਾ। ਆਪਣੀਆਂ ਸਾਰੀਆਂ ਸਿਆਣਪਾਂ ਜਿਹੜੀਆਂ ਤੂੰ ਤਿਆਗ ਦੇ। ਤਿਸਹਿ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੈ ਭਾਗਾ। ਫਿਰ ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗਦਾ ਹੈ, ਉਹ ਗੁਰੂ ਦੀ ਸ਼ਰਨ ਪੈਂਦਾ ਹੈ ਤੇ ਉਸ ਨੂੰ ਪਰਮਾਤਮਾ ਦਾ ਨਾਮ ਰੂਪ ਰਤਨ ਹੈ, ਜਿਹੜਾ ਰਤਨ ਰੂਪ ਨਾਮ ਹੈ, ਜਿਹੜਾ ਉਹ ਮਿਲ ਪੈਂਦਾ ਹੈ। ਭਾਵ ਉਸ ਮਾਲਕ ਦੇ ਨਾਲ ਉਹ ਜੁੜ ਜਾਂਦਾ ਹੈ। ਤਿਸੈ ਪ੍ਰਾਪਤ ਭਾਈ ਹੋ ਜਿਸ ਦੇਵੈ ਪ੍ਰਭ ਆਪ। ਕਿਹੇ ਭਾਈਓ, ਤਿਸੈ ਪ੍ਰਾਪਤ, ਇਹ ਨਾਮ ਉਸ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਸ ਦੇਵੈ ਪ੍ਰਭ ਆਪ, ਜਿਸ ਨੂੰ ਗੁਰੂ ਦੀ ਰਾਹੀਂ ਉਹ ਮਾਲਕ ਆਪ ਆਪਣਾ ਨਾਮ ਦਿੰਦਾ ਹੈ, ਬਖਸ਼ਦਾ ਹੈ। ਭਾਵ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ ਉਹਨੂੰ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸੈ ਹਉਮੈ ਤਾਪ। ਪਾਤਸ਼ਾਹ ਜੀ ਆਖਣ ਲੱਗੇ, ਜਦੋਂ ਗੁਰੂ ਰਾਹੀਂ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਫਿਰ ਗੁਰੂ ਦੀ ਸੇਵਾ ਵੀ ਉਹੀ ਮਨੁੱਖ ਕਰਦਾ ਹੈ ਜਿਸ ਦੇ ਅੰਦਰੋਂ ਹਉਮੈ ਦਾ ਤਾਪ ਹੈ ਜਿਹੜਾ ਉਹ ਨਾਸ਼ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਮੁੱਕ ਜਾਂਦਾ ਹੈ। ਨਾਨਕ ਕਉ ਗੁਰ ਭੇਟਿਆ ਬਿਨਸੇ ਸਗਲ ਸੰਤਾਪ। ਹੇ ਨਾਨਕ, ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ, ਗੁਰ ਭੇਟਿਆ ਭਾਵ ਗੁਰੂ ਮਿਲ ਪੈਂਦਾ ਹੈ, ਉਸ ਦੇ ਸਾਰੇ ਕਲੇਸ਼ ਨੇ ਜਿਹੜੇ ਉਹ ਦੂਰ ਹੋ ਜਾਂਦੇ ਨੇ। ਬਿਨਸੇ ਸਗਲ ਸੰਤਾਪ ਤੋਂ ਭਾਵ ਕਲੇਸ਼, ਕਿ ਜੋ ਵੀ ਉਹਦੇ ਪਰਿਵਾਰ ਅੰਦਰ ਕਹਿ ਲਈਏ, ਉਹਦੇ ਹਿਰਦੇ ਅੰਦਰ ਅਸ਼ਾਂਤੀ ਬਣੀ ਹੁੰਦੀ ਹੈ ਮਾੜੇ ਕਰਮਾਂ ਦੇ ਕਰਕੇ, ਸੰਤਾਪ ਕਲੇਸ਼ ਜਿਹੜਾ ਬਣਿਆ ਹੁੰਦਾ ਹੈ, ਉਹ ਸਾਰਾ ਹੀ ਗੁਰੂ ਦੀ ਰਾਹੀਂ ਹੈ, ਗੁਰੂ ਨੂੰ ਮਿਲਣ ਦੇ ਨਾਲ ਜਿਹੜਾ ਹੈ ਉਹ ਨਾਸ਼ ਹੋ ਜਾਂਦਾ ਹੈ, ਮੁੱਕ ਜਾਂਦਾ ਹੈ। ਸਿਰੇ ਰਾਗ ਮਹਿਲਾ ਪੰਜਵਾਂ। ਇਕ ਪਛਾਣੂ ਜੀ ਕਾ ਇਕੋ ਰਖਣ ਹਾਰ।
ਇੱਕ ਪਛਾਣੂ ਭਾਵ ਪਛਾਣੂ ਮਿੱਤਰ ਜਿਹੜਾ ਪਛਾਣ ਵਾਲਾ ਹੋਵੇ। ਸਤਿਗੁਰੂ ਜੀ ਆਖਣ ਲੱਗੇ, हे ਭਾਈ, ਜਿੰਦ ਦਾ ਮਿੱਤਰ ਸਿਰਫ ਪ੍ਰਮਾਤਮਾ ਹੀ ਹੈ। ਜਿੰਦ ਦਾ ਮਿੱਤਰ ਸਿਰਫ ਉਹ ਮਾਲਕ ਹੀ ਹੈ, ਇੱਕੋ ਰੱਖਣਹਾਰ ਪ੍ਰਮਾਤਮਾ ਹੀ ਜਿੰਦ ਨੂੰ ਵਿਕਾਰ ਆਦਿਕਾਂ ਤੋਂ ਜਿਹੜਾ ਹੈ ਉਹ ਬਚਾਉਣ ਵਾਲਾ ਹੈ। ਉਹਦੇ ਤੋਂ ਬਿਨਾਂ ਹੋਰ ਕੋਈ ਬਚਾ ਨਹੀਂ ਸਕਦਾ। ਉਹਦੇ ਤੋਂ ਬਿਨਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ ਜਾਂ ਸਾਡੀ ਜਿਹੜੀ ਪੁੱਠੀ ਮੱਤ ਹੈ, ਅਸੀਂ ਮਾੜੇ ਕਰਮ ਕਰਦੇ ਆਂ, ਉਹਦੇ ਤੋਂ ਸਿਰਫ ਤੇ ਸਿਰਫ ਪ੍ਰਮਾਤਮਾ ਹੀ ਬਚਾ ਸਕਦਾ ਹੈ। ਹੋਰ ਕੋਈ ਜਿਹੜਾ ਹੈ ਉਹ ਬਚਾ ਨਹੀਂ ਸਕਦਾ ਹੈ। ਇਕ ਸਕਾ ਮਨ ਆਸਰਾ, ਇੱਕੋ ਪ੍ਰਾਣ ਆਧਾਰ। ਇਸ ਵਾਸਤੇ ਆਪਣੇ ਮਨ ਵਿੱਚ ਸਿਰਫ ਪਰਮਾਤਮਾ ਦਾ ਆਸਰਾ ਰੱਖ। ਸਿਰਫ ਪਰਮਾਤਮਾ ਹੀ ਜਿੰਦ ਦਾ ਜਿਹੜਾ ਹੈ ਉਹ ਸਹਾਰਾ ਹੈ। ਉਹੀ ਜਿਹੜਾ ਹੈ ਇਸ ਪ੍ਰਾਣ ਦਾ ਆਧਾਰ ਹੈ। ਆਧਾਰ ਤੋਂ ਭਾਵ ਆਸਰਾ, ਸਹਾਰਾ। ਤਿਸ ਸ਼ਰਨਾਈ ਸਦਾ ਸੁਖ, ਪਾਰ ਬ੍ਰਹਮ ਕਰਤਾਰਾ। ਪਾਰ ਬ੍ਰਹਮ ਅਤੇ ਕਰਤਾਰ ਦੋਵੇਂ ਉਸ ਮਾਲਕ ਪਰਮੇਸ਼ਰ ਦੇ ਲਈ ਸ਼ਬਦ ਜਿਹੜੇ ਉਹ ਵਰਤੇ ਗਏ ਨੇ ਕਿ ਉਹ ਪਾਰ ਬ੍ਰਹਮ ਕਰਤਾਰ ਹੀ ਸਹਾਰਾ ਹੈ, ਉਹੀ ਆਸਰਾ ਹੈ। ਉਸ ਦੀ ਸ਼ਰਨ ਪਿਆ ਸਦਾ ਸੁਖ ਮਿਲਦਾ ਹੈ। ਸਦਾ ਹੀ ਜਿਹੜਾ ਹੈ ਉਹ ਆਤਮਿਕ ਆਨੰਦ ਬਣਿਆ ਰਹਿੰਦਾ ਹੈ। ਤਿਸ ਸ਼ਰਨਾਈ ਸਦਾ ਸੁਖ, ਹੁਣ ਇੱਥੇ ਇੱਕ ਔਂਕੜ ਨਾਲ ਹੈ, ਭਾਵ ਆਤਮਿਕ ਆਨੰਦ ਹਮੇਸ਼ਾ ਹੀ ਜੀਵਨ ਵਿੱਚ ਬਣਿਆ ਰਹਿੰਦਾ ਹੈ। ਮਨ ਮੇਰੇ ਸਗਲ ਉਪਾਵ ਤਿਆਗਾ, ਹੇ ਮੇਰੇ ਮਨ ਹੋਰ ਸਾਰੇ ਹੀਲੇ ਛੱਡ ਦੇ, ਸਾਰੇ ਉਪਾਵ ਹੈ ਜਿਹੜੇ ਉਹ ਛੱਡ ਦੇ, ਜਿਹੜੇ ਤੂੰ ਬਾਹਰੀ ਤੌਰ ਤੇ ਸੁਖੀ ਹੋਣ ਦੇ ਲਈ ਜਾਂ ਉਸ ਰੱਬ ਮਾਲਕ ਪਰਮੇਸ਼ਰ ਨੂੰ ਖੁਸ਼ ਕਰਨ ਦੇ ਲਈ ਬਾਹਰੀ ਤੌਰ ਤੇ ਕਰਦਾ ਹੈ, ਉਹ ਸਾਰੇ ਹੀਲੇ, ਸਾਰੇ ਉਪਾਵ, ਸਾਰੇ ਜਿਹੜੇ ਨੇ ਤੂੰ ਢੰਗ ਤਰੀਕੇ ਉਹ ਛੱਡ ਦੇ। ਗੁਰ ਪੂਰਾ ਆਰਾਧ ਨਿਤ, ਇਕ ਸਕੀ ਲਿਵ ਲਾਗ ਰਹਾਉ। ਤੇ ਹਮੇਸ਼ਾ ਸਿਰਫ ਪੂਰੇ ਗੁਰੂ ਨੂੰ ਸਦਾ ਚੇਤੇ ਰੱਖ। ਸਿਰਫ ਗੁਰੂ ਦੇ ਸ਼ਬਦ ਦਾ ਆਸਰਾ ਲੈ, ਗੁਰੂ ਦੀ ਸਿੱਖਿਆ ਦੇ ਉੱਤੇ ਆਪਣਾ ਭਰੋਸਾ ਬਣਾ। ਇੱਕ ਪ੍ਰਮਾਤਮਾ ਦੇ ਚਰਨਾਂ ਦੀ ਲਗਨ ਆਪਣੇ ਅੰਦਰ ਲਾਈ ਰੱਖ। ਭਾਵ ਸਾਰੇ ਹੀਲੇ, ਸਾਰੇ ਉਪਾਵ, ਸਾਰੀਆਂ ਸਿਆਣਪਾਂ ਛੱਡ ਦੇ। ਜਿਸ ਨੂੰ ਵੀ ਤੂੰ ਭਾਵੇਂ ਧਰਮ ਦਾ ਕਰਮ ਸਮਝਦਾ ਹੈ, ਭਾਵੇਂ ਕਿਸੇ ਵੀ ਤਰੀਕੇ ਦਾ, ਤੂੰ ਉਹ ਸਾਰੇ ਛੱਡ ਕੇ ਗੁਰੂ ਤੋਂ ਪੁੱਛ ਕੇ ਕਿ ਕਿਹੜੀ ਸੇਵਾ ਕਰਨੀ ਹੈ। ਗੁਰੂ ਤੋਂ ਪੁੱਛ ਕਿ ਤੂੰ ਕਿਹੜੇ ਕਰਮ ਜਿਹੜੇ ਨੇ ਕਰਨੇ ਅਤੇ ਕਿਵੇਂ ਕਰਨੇ ਨੇ। ਇਸ ਕਰਕੇ ਗੁਰੂ ਦੇ ਚਰਨਾਂ ਨਾਲ ਜੁੜ, ਤਾਂ ਹੀ ਤੇਰੀ ਕੀਤੀ ਸੇਵਾ ਅਤੇ ਤੇਰੇ ਕੀਤੇ ਕਰਮ ਨੇ ਉਹ ਸਫਲੇ ਹੋ ਜਾਣਗੇ। ਇੱਕੋ ਭਾਈ ਮਿੱਤ ਇੱਕ, ਇੱਕੋ ਮਾਤ ਪਿਤਾ। ਸਤਿਗੁਰੂ ਪਾਤਸ਼ਾਹ ਜੀ ਹੁਣ ਸਮਝਾ ਰਹੇ ਹਨ ਕਿ ਹੇ ਮਨ, ਇਹ ਵੀ ਸਮਝ ਲੈ ਕਿ ਸਿਰਫ ਪਰਮਾਤਮਾ ਹੀ ਅਸਲ ਭਾਈ ਹੈ, ਭਾਵ ਭਰਾ ਹੈ। ਪਰਮਾਤਮਾ ਹੀ ਜਿਹੜਾ ਅਸਲ ਮਿੱਤ ਤੋਂ ਭਾਵ ਮਿੱਤਰ ਹੈ, ਸਾਥੀ ਹੈ। ਸਿਰਫ ਪਰਮਾਤਮਾ ਹੀ ਅਸਲ ਮਾਂ ਪਿਓ ਹੈ, ਭਾਵ ਕਿ ਮਾਪਿਆਂ ਵਾਂਗ ਜਿਹੜਾ ਉਹ ਸਭ ਜੀਵਾਂ ਨੂੰ ਪਾਲਦਾ ਹੈ। ਕਿ ਕਈ ਵਾਰ ਐਸਾ ਵੀ ਹੁੰਦਾ ਹੈ ਨਾ ਕਿ ਕਈ, ਭਾਵੇਂ ਉਹ ਕੋਈ ਵੀ ਜੀਵ ਹੋਵੇ, ਪਸ਼ੂ ਹੋਵੇ, ਪੰਛੀ ਹੋਵੇ, ਇਨਸਾਨ ਹੋਏ, ਬੱਚਾ ਜੰਮਦਿਆਂ ਸਾਰ ਉਹਦੇ ਮਾਂ ਪਿਓ ਜਾਂ ਤੇ ਕਈ ਵਾਰ ਤੇ ਉਹਨੂੰ ਛੱਡ ਹੀ ਦਿੱਤਾ ਜਾਂਦਾ ਕਿਤੇ, ਤੇ ਜਾਂ ਇੰਜ ਕਹਿ ਲਈਏ ਕਿ ਕਈ ਵਾਰ ਡੈਥ ਵੀ ਜਿਹੜੀ ਹੋ ਜਾਂਦੀ ਹੈ। ਕਈ ਪ੍ਰਕਾਰ ਦੀਆਂ ਘਟਨਾਵਾਂ ਵਾਪਰਦੀਆਂ ਨੇ। ਆਪਾਂ ਸਿਰਫ ਮਨੁੱਖੀ ਜੀਵਨ ਦੇਖਦੇ ਹਾਂ, ਪਰ ਸਾਰੀ ਸ੍ਰਿਸ਼ਟੀ ਦੇ ਵਿੱਚ ਹੀ ਐਸਾ ਹੁੰਦਾ ਹੈ। ਜੰਗਲਾਂ ਦੇ ਵਿੱਚ ਵੀ ਐਸਾ ਹੁੰਦਾ ਹੈ। ਉੱਥੇ ਵੀ ਇਹ ਕਈ ਵਾਰ ਮਾਂ ਆਪਣੇ ਜੰਮਦੇ ਬੱਚੇ ਨੂੰ ਬਚਾਉਂਦੇ ਹੋਏ ਸ਼ਿਕਾਰੀ ਦੇ ਮੂੰਹ ਵਿੱਚ ਚਲੀ ਜਾਂਦੀ ਹੈ।
कि मेरा बच्चा बच जाए, मैं भावें मर जाए। इस करके सतगुरु पातशाह जी आख रहे हैं कि सारी सृष्टि के अंदर असल दे विच सब तो सखा सहाई वो आप ही है। माँ प्यो भी आप ही है, वो असल कि जिहड़ा हमेशा पल पल पालदा। जिन्हां दी माँ प्यो नहीं हुंदे उन्हां वो भी तां पलदे ही नहीं। जिन्हां दे इंज कह लीए कि कई बार भाई भाई दा वैरी बन जांदा है, ते फिर सखा तां ना होया भाई, माया दे करके वो भी वैरी बन जांदा। फिर सतगुरु जी आखण लगे भरा भी असल फिर मालक ही है। फिर साथी, कई बार असी किसे अपने साथी ते बड़ा भरोसा करते हैं, ते कई बार फिर समय ते आके समय दे नाल बहुती वार ते साथी बदलते रहते हैं। कि बचपन दे विच होर साथी से, जदों स्कूल दे विच पढ़े उदों होर साथी सी, कॉलेज गए होर साथी हो गए, यूनीवर्सिटी गए होर हो गए, जदों समाज दे विच रहिंदे जॉब करते हैं किते जां बिजनेस करते हैं, उत्थे साथी होर हो जांदे। कहण दा भाव है कोई एक अद्धा ही रहिंदा है, पर वो भी सतगुरु जी आखण लगे आखिर तक नहीं निभदा। इस करके असल साथी मित्र भी वो मालक ही है, भाव जिहड़ा हर समय तेरे नाल रहिंदा है, तेरा सहाई बनदा है, तेरा मां प्यो भी वो है। एक सकी मन टेक है, जिन जियो पिंड दिता। मैनू तो उस परमात्मा का ही मन विच सहारा है, जिसने ये जिंद दिती है, जिसने ये शरीर दिता है। जियो पिंड, पिंड तो भाव शरीर, कि जिसने ये जिंद भी दिती है अते जिसने ये शरीर भी जिहड़ा वो दिता है। सो प्रभ मनो ना विसरै, जिन सब किछ वस कीता। मेरी सदा यही अरदास है हे मालिक जी, कि जिस प्रभु ने सब कुछ अपने वस विच रखिया होया है, सब कुछ अपने हथ विच ही रखिया होया है, वो कदे मेरे मन तो ना भुले, कदे भी वो मेरे मन तो विसरे ना, दूर ना होवे। मेरी यही अरदास है। घर इको बाहर इको, थान थनंतर आप। पातशाह जी आखन लगे घर, कि घर विच भाव हे भाई तेरे हिरदे घर विच भाव इस शरीर दे अंदर भी वही है, हिरदे दे अंदर भी ते बाहर भाव हर थां दे उत्ते, जिथों तक साडी पहुंच है जां जिथों तक साडी पहुंच नहीं भी है, उथे भी वो जिहड़ा मालक है। हर थां सिर्फ परमात्मा ही जिहड़ा है वो वस रहा है। थान थनंतर आप, ਆਪਾਂ पिछले दीवान के अंदर थान थनंतर के अर्थ कीते सन। की सन थान थनंतर? थोड़ा उच्ची। भाव हर जगह दे उत्ते, थान थान अंतर, भाव वखरी वखरी थां, कोई भी थां किते भी, भाव हर थां दे उत्ते वो मालक आप ही व्यापक है। थान थनंतर भाव कि भावें को अंतर पा के कह दिए, भाव थान थान हर थां दे उत्ते वो मालक है जिहड़ा वो आप ही है। जी जंत सब जिन किए, आठ पहर तिस जाप। इस पंक्ति के अर्थ हुण आप जी ने करने। आपां पिछले दिन ही बेनती भी की सी कि 8-10 दिनों बाद जिहड़े वो शुरू किए जाणगे, कि जिस भी प्राणी तो पुछया जाएगा वो जरूर उत्तर देगा। आप तैयार हो सारे? हाँ जी, इधरों भी चलो सारे जने रल के जरूर करो कि सतगुरु जी इस पंक्ति अंदर की समझा रहे हैं। जी जंत सब जिन किए, जी ठीक है जी, जिस परमात्मा ने सब जीवां नूं पैदा किया है, 8 पहर तिस जाप।
ਅੱਠ ਪੈਰ ਦਾ ਭਾਵ ਕੀ ਹੈ? ਭਾਵ ਹਰ ਸਮੇਂ। ਠੀਕ ਹੈ ਜੀ, ਬਹੁਤ ਵਧੀਆ, ਸਤਿਗੁਰੂ ਜੀ ਰਹਿਮਤ ਕਰਨ। ਇਸੇ ਪ੍ਰਕਾਰ ਆਪ ਸਾਬ ਸਾਰੀ ਜਿਹੜੀ ਧਿਆਨ ਦੇ ਨਾਲ ਜਿਹੜਾ ਉਹ ਬਾਣੀ ਦੇ ਵਿੱਚ ਜੁੜੇ ਰਹੋ, ਤਾਂ ਕਿ ਸਾਨੂੰ ਹਰ ਇੱਕ ਪੰਕਤੀ ਦੇ ਅੰਦਰੋਂ ਸਤਿਗੁਰੂ ਜੀ ਦੀ ਗਿਆਨ ਦੀ ਬਖਸ਼ਿਸ਼ ਹੁੰਦੀ ਰਹੇ। ਇਸ ਕੀਤੇ ਦਾ ਤਾਂ ਹੀ ਫਾਇਦਾ ਹੈ, ਇਸ ਪੜ੍ਹੇ ਦਾ ਵੀ ਤਾਂ ਫਾਇਦਾ ਹੈ ਜੇ ਅਸੀਂ ਆਪਣੇ ਅੰਦਰ ਇਸ ਬਾਣੀ ਨੂੰ ਢਾਲ ਲਈਏ। ਜੇ ਬਾਣੀ ਇਹ ਸਾਡੇ ਅੰਦਰ ਜੁੜ ਜਾਏ ਕਿ ਉਸ ਮਾਲਕ ਨੇ ਹੀ ਸਾਰੇ ਜੀ ਜੰਤ ਪੈਦਾ ਕੀਤੇ ਹਨ ਅਤੇ ਉਹ ਮਾਲਕ ਹੀ ਹੈ, ਭਾਵ ਉਸ ਨੂੰ ਅੱਠੇ ਪੈਰ ਜਿਹੜਾ ਹੈ ਧਿਆਉਣਾ ਚਾਹੀਦਾ ਹੈ, ਸਿਮਰਨਾ ਚਾਹੀਦਾ ਹੈ। ਇਕ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਪ, ਇੱਕ ਸੇਤੀ ਰਤਿਆ ਕਿ ਜੇ ਸਿਰਫ ਪਰਮਾਤਮਾ ਦੇ ਪਿਆਰ ਰੰਗ ਵਿੱਚ ਰੰਗੇ ਰਹੀਏ, ਜੇ ਉਹਦੇ ਨਾਮ ਵਿੱਚ ਜੁੜੇ ਰਹੀਏ, ਤਾਂ ਕਦੇ ਕੋਈ ਦੁੱਖ ਕਲੇਸ਼ ਹੈ ਉਹ ਨੇੜੇ ਨਹੀਂ ਆਉਂਦਾ। ਕੋਈ ਵੀ ਦੁੱਖ ਕਲੇਸ਼ ਹੈ ਉਹ ਪਾਉਂਦਾ ਨਹੀਂ ਹੈ। ਭਾਵ ਨਾ ਹੋਵੀ ਸੋਗ ਸੰਤਾਪ, ਨਾ ਸੋਗ ਆਉਂਦਾ ਕਦੇ, ਨਾ ਕੋਈ ਸੰਤਾਪ ਤੋਂ ਭਾਵ ਕਲੇਸ਼ ਨੇੜੇ ਨਹੀਂ ਆਉਂਦਾ ਹੈ। ਪਾਰ ਬ੍ਰਹਮ ਪ੍ਰਭ ਏਕ ਹੈ, ਦੂਜਾ ਨਾਹੀ ਕੋਇ। ਇਹਦਾ ਅਰਥ ਕੀ ਹੈ ਜੀ? ਹਾਂਜੀ, ਠੀਕ ਹੈ ਕਿ ਪਰਮਾਤਮਾ ਇੱਕ ਹੀ ਹੈ ਅਤੇ ਕੋਈ ਹੋਰ ਉਸ ਦੇ ਬਰਾਬਰ ਦਾ ਨਹੀਂ ਹੈ, ਕੋਈ ਹੋਰ ਉਹਦੇ ਵਰਗਾ ਨਹੀਂ ਹੈ। ਇਸ ਕਰਕੇ ਸਾਨੂੰ ਫਿਰ ਕਿਹਨੂੰ ਧਿਆਉਣਾ ਚਾਹੀਦਾ ਹੈ? ਸਾਨੂੰ ਮੜੀਆਂ ਮਸਾਣਾਂ ਤੇ ਜਾਣਾ ਚਾਹੀਦਾ ਹੈ, ਸਾਨੂੰ ਕਿਸੇ ਮੂਰਤੀ ਨੂੰ ਮੱਥਾ ਟੇਕਣਾ ਚਾਹੀਦਾ ਹੈ, ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਟੇਕ ਛੱਡ ਕੇ ਕਿਸੇ ਹੋਰ ਪਾਸੇ ਜਾਂ ਹੋਰ ਕਿਸੇ ਪਾਸੇ ਟੇਕ ਲਾਉਣੀ ਚਾਹੀਦੀ ਹੈ। ਅਸੀਂ ਸਾਰੇ ਅੱਜ ਤੋਂ ਐਗਰੀ ਕਰਦੇ ਹਾਂ। ਜਿਉ ਪਿੰਡ ਸਭ ਤਿਸ ਕਾ, ਜੋ ਤਿਸ ਪਾਵੈ ਸੋ ਹੋਏ। ਕਿ ਪਾਤਸ਼ਾਹ ਜੀ ਆਖ ਰਹੇ ਹਨ ਕਿ ਸਭ ਜੀਵਾਂ ਦਾ ਸਰੀਰ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ ਤੇ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ, ਜੋ ਉਹਨੂੰ ਭਾਉਂਦਾ ਹੈ ਉਹੀ ਹੁੰਦਾ ਹੈ। ਗੁਰ ਪੂਰੈ ਪੂਰਾ ਭਇਆ, ਜਪ ਨਾਨਕ ਸੱਚਾ ਸੋਏ। ਹੇ ਨਾਨਕ, ਜਿਹੜਾ ਮਨੁੱਖ ਪੂਰੇ ਗੁਰੂ ਦੀ ਰਾਹੀਂ ਉਸ ਸਦਾ ਥਿਰ ਪ੍ਰਭੂ ਨੂੰ ਸਿਮਰਦਾ ਹੈ, ਧਿਆਉਂਦਾ ਹੈ, ਉਹ ਸਭ ਗੁਣਾਂ ਨਾਲ ਮੁਕੰਮਲ ਹੋ ਜਾਂਦਾ ਹੈ। ਭਾਵ ਉਸ ਮਾਲਕ ਦੇ ਗੁਰੂ ਦੇ ਗੁਣ ਨੇ ਜਿਹੜੇ ਉਸ ਦੇ ਅੰਦਰ ਆ ਜਾਂਦੇ ਹਨ, ਜਿਹੜਾ ਪੂਰੇ ਗੁਰੂ ਦੇ ਅਨੁਸਾਰ ਉਸ ਮਾਲਕ ਨੂੰ ਧਿਆਉਂਦਾ ਹੈ। ਸਿਰੇ ਰਾਗ ਮਹਿਲਾ ਪੰਜਵਾਂ। ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ, ਸੇ ਪੂਰੇ ਪ੍ਰਧਾਨ। ਹਾਂਜੀ, ਪ੍ਰਧਾਨ ਦਾ ਅਰਥ ਕੀ ਹੈ? ਸ੍ਰੇਸ਼ਟ, ਮੰਨੇ ਪ੍ਰਮੰਨੇ। ਸਤਿਗੁਰੂ ਜੀ ਆਖਣ ਲੱਗੇ ਕਿ ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ, ਕਿ ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਨਾਲ ਆਪਣਾ ਮਨ ਜੋੜਿਆ ਹੈ, ਚਿੱਤ ਜੋੜਿਆ ਹੈ, ਚਿੱਤ ਲਾਇਆ ਹੈ, ਸੇ ਪੂਰੇ ਪ੍ਰਧਾਨ, ਉਹ ਸਾਰੇ ਗੁਣਾਂ ਵਾਲੇ ਹੋ ਜਾਂਦੇ ਹਨ। ਉਹਨਾਂ ਦੇ ਅੰਦਰ ਜਿਹੜੇ ਮੁਕੰਮਲ ਗੁਣ ਮੁਕੰਮਲ ਤੌਰ ਤੇ ਆ ਜਾਂਦੇ ਨੇ ਤੇ ਉਹ ਲੋਕ ਪਰਲੋਕ ਵਿੱਚ ਫਿਰ ਮੰਨੇ ਪਰਮੰਨੇ ਜਾਂਦੇ ਨੇ, ਭਾਵ ਉਹ ਪ੍ਰਵਾਨ ਹੋ ਜਾਂਦੇ ਹਨ। ਜਿਨ ਕਉ ਆਪ ਦਇਆਲ ਹੋਏ, ਤਿਨ ਉਪਜੈ ਮਨ ਗਿਆਨ।
ਤੇ ਜਿਨ੍ਹਾਂ ਉੱਤੇ ਫਿਰ ਪ੍ਰਮਾਤਮਾ ਆਪ ਦਇਆਲ ਹੋ ਜਾਂਦਾ ਹੈ। ਦਇਆਲ ਤੋਂ ਭਾਵ ਦਇਆ, ਕਿ ਜਿਨ੍ਹਾਂ ਦੇ ਉੱਤੇ ਉਹ ਮਾਲਕ ਫਿਰ ਦਇਆਵਾਨ ਹੋ ਜਾਂਦਾ ਹੈ। ਤਿਨ ਉਪਜੈ ਮਨ ਗਿਆਨ, ਉਹਨਾਂ ਦੇ ਮਨ ਵਿੱਚ ਪ੍ਰਮਾਤਮਾ ਦੇ ਨਾਲ ਫਿਰ ਡੂੰਘੀ ਸਾਂਝ ਪੈ ਜਾਂਦੀ ਹੈ। ਭਾਵ ਗਿਆਨ ਤੋਂ ਭਾਵ ਉਹਨਾਂ ਨੂੰ ਮਾਲਕ ਪਰਮੇਸ਼ਰ ਦਾ ਗਿਆਨ ਹੋ ਜਾਂਦਾ ਹੈ, ਸਾਂਝ ਪੈ ਜਾਂਦੀ ਹੈ ਮਾਲਕ ਦੇ ਨਾਲ। ਜਿਨ ਕਉ ਮਸਤਕ ਲਿਖਿਆ, ਤਿਨ ਪਾਇਆ ਹਰ ਨਾਮ। ਫਿਰ ਜਿਨ੍ਹਾਂ ਦੇ ਮੱਥੇ ਦੇ ਉੱਤੇ ਉਸ ਮਾਲਕ ਦੇ ਹੁਕਮ ਦੇ ਨਾਲ ਲਿਖਿਆ ਲੇਖ ਜਿਹੜਾ ਉਹ ਪ੍ਰਗਟ ਹੋ ਜਾਂਦਾ ਹੈ, ਫਿਰ ਉਹ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਉਹ ਪ੍ਰਾਪਤ ਕਰ ਲੈਂਦੇ ਹਨ। ਤਿਨ ਪਾਇਆ ਹਰ ਨਾਮ। ਮਨ ਮੇਰੇ ਏਕੋ ਨਾਮ ਧਿਆਏ। ਇਹਦਾ ਅਰਥ ਕੀ ਹੈ ਜੀ? ਆਪਾਂ ਪਿਛਲੀਆਂ ਦੋ ਸ਼ਬਦਾਂ ਦੇ ਵਿੱਚ ਇਹ ਪੰਕਤੀ ਆ ਰਹੀ ਹੈ ਵਾਰ-ਵਾਰ, ਇੱਕੋ ਹੀ ਅਰਥ ਨੇ। ਪਰਮਾਤਮਾ ਦਾ ਨਾਮ ਸਿਮਰ। ਸਰਬ ਸੁਖਾਂ ਸੁਖ ਉਪਜਹਿ, ਦਰਗਾਹ ਪੈਦਾ ਜਾਈ ਰਹਾਉ। ਸਰਬ ਸੁੱਖਾਂ ਭਾਵ ਸਾਰਿਆਂ ਸੁੱਖਾਂ ਤੋਂ ਸ੍ਰੇਸ਼ਟ ਸੁੱਖ ਹੈ ਜਿਹੜਾ, ਸਾਰਿਆਂ ਸੁੱਖਾਂ ਤੋਂ ਉੱਪਰਲਾ ਸੁੱਖ ਜਿਹਨੂੰ ਕਹਿ ਦਈਏ, ਭਾਵ ਆਤਮਿਕ ਆਨੰਦ ਹੈ ਜਿਹੜਾ, ਇੰਜ ਕਹਿ ਲਈਏ ਕਿ ਉਪਜੈ ਭਾਵ ਸ੍ਰੇਸ਼ਟ ਸੁੱਖ ਹੈ ਜਿਹੜਾ ਉਹ ਪੈਦਾ ਹੋ ਜਾਂਦਾ ਹੈ ਅਤੇ ਉਹ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਦਰਗਾਹ ਵਿੱਚ ਪਹਿਦਾ ਜਾਏ, ਭਾਵ ਇੱਜ਼ਤ ਨਾਲ ਜਾਂਦਾ ਹੈ। ਉੱਥੇ ਫਿਰ ਉਹ ਸਤਿਕਾਰਿਆ ਜਾਂਦਾ ਹੈ। ਜਨਮ ਮਰਨ ਕਾ ਭਉ ਗਿਆ, ਭਾਉ ਭਗਤ ਗੋਪਾਲ। ਹੁਣ ਇੱਥੇ ਭਗਤ ਦਾ ਕੀ ਅਰਥ ਹੈ ਜੀ? ਭਗਤੀ ਜਾਂ ਬਹੁਤੇ ਭਗਤ? ਭਾਉ ਭਗਤ ਇਕੱਲੇ ਇਕੱਲੇ ਭਗਤ ਦਾ ਅਰਥ ਪੁੱਛਿਆ, ਇਕੱਲੇ ਭਗਤ ਦਾ ਅਰਥ। ਹਾਂਜੀ ਆਪ ਜੀ ਚ ਭਗਤ ਜਾਂ ਭਗਤੀ? ਭਗਤੀ ਠੀਕ ਹੈ। ਆਪਾਂ ਪਹਿਲਾਂ ਇਹ ਸਾਂਝਾ ਕੀਤਾ ਹੈ ਨੁਕਤਾ ਕਿ ਜਦੋਂ ਵੀ ਭੱਬਾ ਗੱਗਾ ਤੱਤੇ ਨੂੰ ਸਿਹਾਰੀ ਆਏਗਾ, ਉਹਦਾ ਅਰਥ ਉਹ ਕਿਹੜਾ ਸ਼ਬਦ ਹੋ ਜਾਂਦਾ? ਇਸਤਰੀ ਲਿੰਗ, ਤੇ ਉਹਦਾ ਕੀ ਅਰਥ ਹੋਏਗਾ? ਭਗਤੀ। ਤੇ ਜਦੋਂ ਭੱਬਾ ਗੱਗਾ ਤੱਤਾ ਇਕੱਲਾ ਹੀ ਆਏਗਾ, ਕੋਈ ਮਾਤਰਾ ਨਹੀਂ ਹੋਏਗਾ, ਉਦੋਂ ਕੀ ਅਰਥ ਹੋਏਗਾ? ਬਹੁਤੇ ਭਗਤ। ਤੇ ਜਦੋਂ ਭੱਬਾ ਗੱਗਾ ਤੱਤੇ ਨੂੰ ਔਂਕੜ ਆਏਗਾ, ਇੱਕ ਵਚਨ ਪੁਲਿੰਗ ਇੱਕ ਭਗਤ। ਇਹ ਖਿਆਲ ਰੱਖਣਾ ਹੈ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਭਾਉ ਭਗਤ ਗੋਪਾਲ। ਗੋਪਾਲ, ਗੋ ਦਾ ਅਰਥ ਹੁੰਦਾ ਧਰਤੀ, ਪਾਲ ਦਾ ਅਰਥ ਹੈ ਪਾਲਣ ਵਾਲਾ, ਕਿ ਧਰਤੀ ਨੂੰ ਪਾਲਣ ਵਾਲਾ, ਭਾਵ ਇਸ ਸ੍ਰਿਸ਼ਟੀ ਨੂੰ ਪਾਲਣ ਵਾਲਾ, ਕਿ ਉਹ ਮਾਲਕ ਪ੍ਰਭੂ ਹੈ ਜਿਹੜਾ ਇਸ ਸਮੁੱਚੀ ਕੁਦਰਤ ਨੂੰ, ਧਰਤੀ ਨੂੰ, ਸੰਸਾਰ ਨੂੰ ਪਾਲਣ ਵਾਲਾ ਹੈ। ਭਾਉ ਭਗਤ, ਜਿਹੜਾ ਮਨੁੱਖ ਫਿਰ ਉਸ ਦੀ ਭਗਤੀ ਕਰਦਾ ਹੈ, ਪ੍ਰਭੂ ਨਾਲ ਪ੍ਰੇਮ ਕਰਦਾ ਹੈ, ਉਹਦੇ ਨਾਲ ਪ੍ਰੇਮ ਪਾਉਂਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਜਿਹੜਾ ਹੈ, ਉਹਦਾ ਡਰ ਹੈ ਜਿਹੜਾ ਜਨਮ ਮਰਨ ਦਾ, ਉਹ ਮੁੱਕ ਜਾਂਦਾ ਹੈ। ਭਾਵ ਉਹਦਾ ਜਨਮ ਮਰਨ ਜਦੋਂ ਡਰ ਮੁੱਕ ਗਿਆ ਤੇ ਉਹ ਖਤਮ ਵੀ ਹੋ ਜਾਂਦਾ ਹੈ। ਭਾਵ ਉਹ ਜਨਮ ਮਰਨ ਨੂੰ ਜਿੱਤ ਲੈਂਦਾ ਹੈ। ਇੰਜ ਕਹਿ ਲਈ ਕਿ ਆਪੇ ਜਿੱਤਿਆ ਗਿਆ ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਗਏ। ਜਨਮ ਮਰਨ ਤੇ ਸਾਡਾ ਇਹੀ ਹੈ ਨਾ ਕਿ ਗੁਰੂ ਦਾ ਸ਼ਬਦ ਭੁੱਲੇ, ਉਸ ਮਾਲਕ ਦੀ ਰਜ਼ਾ ਭੁੱਲੇ, ਤੇ ਸਾਡਾ ਜੀਵਨ ਜਿਹੜਾ ਆਤਮਿਕ ਮੌਤ ਉਸੇ ਵੇਲੇ ਹੋ ਜਾਂਦੀ ਹੈ। ਜਦੋਂ ਯਾਦ ਆਇਆ, ਭਾਵੇਂ ਇੱਕ ਨਿਮਖ ਵਾਸਤੇ ਆਏ ਅਸੀਂ ਫਿਰ ਜਿਉਂਦੇ ਹਾਂ, ਜਦੋਂ ਭੁੱਲੇ ਅਸੀਂ ਫਿਰ ਮਰੇ ਹਾਂ। ਸਾਧੂ ਸੰਗਤ ਨਿਰਮਲਾ, ਆਪ ਕਰੇ ਪ੍ਰਤਪਾਲ।
सतगुरु पातशाह जी आखन लगे साधु संग की साध संगत विच रह के वो पवित्र जीवन वाला हो जाता है। निर्मला भाव पवित्र, निर्मल मैल तो रहत, ਅਤੇ परमात्मा आप विकारां तो उसदी फिर राखी करता है। परमात्मा आप फिर उन्हों ਉਹਦੀ ਪ੍ਰਤਪਾਲਨਾ ਹੈ ਜਿਹੜੀ ਵਿਕਾਰਾਂ ਤੋਂ ਕਰਦਾ ਹੈ। ਜਨਮ ਮਰਨ ਕੀ ਮਲ ਕੱਟੀ ਐ, ਗੁਰ ਦਰਸ਼ਨ ਦੇਖ ਨਿਹਾਲ। ਗੁਰ ਦਰਸ਼ਨ ਦੇਖ ਨਿਹਾਲ। ਗੁਰੂ ਦਾ ਦਰਸ਼ਨ ਕੀ ਹੈ? ਆਪਾਂ ਪਿਛਲੇ ਦਿਨੀ ਸਾਂਝਾ ਕੀਤਾ ਸੀ, ਗੁਰੂ ਦੇ ਦਰਸ਼ਨ ਕਰਨੇ। ਇਹਦਾ ਭਾਵ ਕੀ ਹੈ, ਕੀ ਮਤਲਬ ਹੈ ਇਸ ਪੰਕਤੀ ਦਾ, ਜਾਂ ਗੁਰੂ ਦੇ ਦਰਸ਼ਨਾਂ ਤੋਂ ਕੀ ਭਾਵ ਹੈ? ਗੁਰੂ ਦੀ ਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ, ਭਾਵ ਗੁਰੂ ਦੇ ਸ਼ਬਦ ਨੂੰ ਹਮੇਸ਼ਾ ਆਪਣੇ ਚਿੱਤ ਵਿੱਚ ਰੱਖਣਾ, ਹਮੇਸ਼ਾ ਗੁਰੂ ਨੂੰ ਅੰਗ ਸੰਗ ਸਮਝਣਾ, ਇਹ ਹੈ ਗੁਰੂ ਦਾ ਦਰਸ਼ਨ। ਪਾਤਸ਼ਾਹ ਜੀ ਆਖ ਰਹੇ ਹਨ ਜਨਮ ਮਰਨ ਕੀ ਮਲ ਕੱਟੀਏ। ਮਲ ਉਹ ਇਸਤਰੀ ਲਿੰਗ ਹੈ, ਇੱਥੇ ਫਿਰ ਔਂਕੜ ਕਿਉਂ ਲੱਗਿਆ ਹੋਇਆ ਹੈ? ਮੂਲਕ ਹੈ, ਠੀਕ ਹੈ, ਕਿਉਂਕਿ ਇਹ ਦੂਜੀ ਭਾਸ਼ਾ ਵਿੱਚੋਂ ਆਪਣਾ ਔਂਕੜ ਸ਼ਬਦ ਨਾਲ ਲੈ ਕੇ ਆਇਆ ਹੋਇਆ। ਇਹ ਇਸਤਰੀ ਲਿੰਗ ਹੈ ਪਰ ਫਿਰ ਵੀ ਆਪਣਾ ਇਹ ਮੂਲਕ ਔਂਕੜ ਨਾਲ ਲੈ ਕੇ, ਇਸ ਕਰਕੇ ਇਹਦੇ ਪੱਕਾ ਹੀ ਲੱਗਿਆ ਹੋਇਆ ਹੈ। ਗੁਰ ਦਰਸ਼ਨ ਦੇਖ ਨਿਹਾਲ। ਸਤਿਗੁਰੂ ਜੀ ਆਖਣ ਲੱਗੇ ਕਿ ਗੁਰੂ ਦਾ ਦਰਸ਼ਨ ਕਰਕੇ ਫਿਰ ਉਸ ਦਾ ਮਨ ਤੇ ਤਨ ਖਿੜ ਪੈਂਦਾ ਹੈ ਅਤੇ ਜਨਮ ਮਰਨ ਦੇ ਗੇੜ ਵਿੱਚ ਪਾਉਣ ਵਾਲੀ ਉਸ ਦੀ ਵਿਕਾਰਾਂ ਦੀ ਮੈਲ ਹੈ ਜਿਹੜੀ ਉਹ ਕੱਟੀ ਜਾਂਦੀ ਹੈ। ਭਾਵ ਇਹ ਜਨਮ ਮਰਨ ਵਾਲੀ ਮੈਲ ਹੈ ਜਿਹੜੀ ਇਹ ਖਤਮ ਹੋ ਜਾਂਦੀ ਹੈ। ਥਾਨ ਥਾਨੰਤਰ ਰਵ ਰਹਿਆ, ਪਾਰ ਬ੍ਰਹਮ ਪ੍ਰਭ ਸੋਏ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਹੇ ਮੇਰੇ ਮਨ, ਉਹ ਪਾਰ ਬ੍ਰਹਮ ਪਰਮਾਤਮਾ ਹਰੇਕ ਥਾਂ ਤੇ, ਥਾਨ ਥਨੰਤਰ ਭਾਵ ਹਰ ਥਾਂ ਤੇ ਆਪ ਹੀ ਵਿਆਪਕ ਹੈ। ਉਹ ਆਪ ਹੀ ਸਭ ਜੀਵਾਂ ਨੂੰ ਜਿਹੜਾ ਹੈ ਉਹ ਦਾਤਾਂ ਦੇਣ ਵਾਲਾ ਹੈ। ਸਭਨਾ ਦਾਤਾ ਏਕ ਹੈ, ਦੂਜਾ ਨਾਹੀ ਕੋਏ। ਸਾਰਿਆਂ ਜੀਵਾਂ ਨੂੰ ਉਹ ਆਪ ਹੀ ਦਾਤਾਂ ਦਿੰਦਾ ਹੈ, ਆਪ ਹੀ ਉਹ ਰਹਿਮਤਾਂ ਕਰਦਾ ਹੈ ਅਤੇ ਹੋਰ ਕੋਈ ਦੂਜਾ ਉਹਦੇ ਬਰਾਬਰ ਦਾ ਇਸ ਤਰ੍ਹਾਂ ਨਹੀਂ ਕਰ ਸਕਦਾ। ਭਾਵ ਦਾਤਾ ਨਹੀਂ ਦੇ ਸਕਦਾ। ਸਾਨੂੰ ਕੋਈ ਹੁਣ ਪਾਣੀ ਦੇ ਸਕਦਾ ਸਦਾ ਦੇ ਲਈ ਬਣਾ ਕੇ ਆਪਣੇ ਕੋਲੋਂ? ਕਦੇ ਨਹੀਂ ਦੇ ਸਕਦਾ। ਜਾਂ ਕਹਿ ਦਈਏ ਆਕਸੀਜਨ ਕੋਈ ਸਦਾ ਦੇ ਲਈ ਜੰਮਦਿਆਂ ਤੋਂ ਜਿਹੜਾ ਹੈ ਉਹ ਅਖੀਰਲੇ ਸਵਾਸ ਤੱਕ ਦੇ ਸਕਦਾ? ਕੋਈ ਨਹੀਂ ਦੇ ਸਕਦਾ, ਕਿਤਨਾ ਵੀ ਹੋਵੇ। ਜਾਂ ਹੋਰ ਜਿਹੜੀਆਂ ਸਾਡੀਆਂ ਜ਼ਰੂਰੀ ਵਸਤਾਂ ਇੰਜ ਕਹਿ ਲਈਏ, ਉਹ ਸਾਨੂੰ ਕੋਈ ਦੇ ਸਕਦਾ? ਨਹੀਂ ਦੇ ਸਕਦਾ, ਕਿਉਂਕਿ ਮਾਲਕ ਦੇ ਬਰਾਬਰ ਦਾ ਕੋਈ ਨਹੀਂ ਹੈ। ਉਹ ਮਾਲਕ ਹੀ ਹੈ ਜਿਹੜੇ ਨੇ ਇੰਨੇ, ਜਿਸ ਨੇ ਇਹ ਸਵਾਸ ਬਖਸ਼ੇ ਨੇ, ਜਿਹਨੇ ਇਹ ਸਰੀਰ ਦਿੱਤਾ ਹੈ, ਜਿਹਨੇ ਇਹ ਦੇਹੀ ਦਿੱਤੀ ਹੈ, ਜਿਹਨੇ ਇਹ ਇੰਨੇ ਸੋਹਣੇ ਸੋਹਣੇ ਅੰਗ ਪੈਰ ਨੇ ਬੜੇ ਟਿਕਾਣੇ ਦੇ ਉੱਤੇ ਲਗਾ ਕੇ ਦਿੱਤੇ ਨੇ। ਕਦੇ ਹੋ ਸਕਦਾ ਕੋਈ ਹੋਰ ਦੇ ਸਕਦਾ ਇਸ ਤਰ੍ਹਾਂ ਕਰਕੇ? ਕੋਈ ਨਹੀਂ ਦੇ ਸਕਦਾ। ਭਾਵ ਕਿ ਦੂਜਾ ਨਾ ਹੀ ਕੋਈ ਹੋਰ, ਉਹਦੇ ਕੋਈ ਬਰਾਬਰ ਦਾ ਨਹੀਂ। ਤਿਸ ਸ਼ਰਨਾਈ ਛੁੱਟੀਐ, ਕੀਤਾ ਲੋੜੇ ਸੋ ਹੋਏ। ਕਿ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਉਹ ਮਾਲਕ ਪਰਮੇਸ਼ਰ ਕਰਨਾ ਚਾਹੁੰਦਾ ਹੈ। ਉਸ ਦੀ ਸ਼ਰਨ ਪਿਆ ਵਿਕਾਰਾਂ ਤੋਂ ਜਿਹੜੀ ਹੈ ਖਲਾਸੀ ਹੋ ਜਾਂਦੀ ਹੈ। ਛੁੱਟੀ ਹੈ, ਛੁੱਟ ਜਾਈਦਾ ਵਿਕਾਰਾਂ ਤੋਂ, ਮਾੜੇ ਕੰਮਾਂ ਤੋਂ ਛੁੱਟ ਜਾਈਦਾ ਹੈ, ਮਾੜੀ ਵਿਚਾਰਧਾਰਾ ਤੋਂ ਛੁੱਟ ਜਾਈਦਾ ਹੈ। ਇਹਨਾਂ ਵਿਕਾਰਾਂ ਤੋਂ, ਮਾਇਆ ਤੋਂ, ਮੋਹ ਤੋਂ ਜਿਹੜਾ ਹੈ ਉਹ ਛੁੱਟ ਜਾਈਦਾ ਹੈ। ਜਿਨ ਮਨ ਵਸਿਆ ਪਾਰ ਬ੍ਰਹਮ, ਸੇ ਪੂਰੇ ਪ੍ਰਧਾਨ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਹੇ ਭਾਈ, ਕਿ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਫਿਰ ਪਾਰ ਬ੍ਰਹਮ ਮਾਲਕ ਪਰਮੇਸ਼ਰ ਦਾ ਨਾਮ ਜਿਹੜਾ ਉਹ ਵਸ ਪੈਂਦਾ ਹੈ, ਉਹ ਫਿਰ ਹਰ ਥਾਂ ਤੇ ਜਿਹੜੇ ਮੰਨੇ ਪਰਮੰਨੇ ਜਾਂਦੇ ਨੇ। ਭਾਵ ਉਹ ਪ੍ਰਧਾਨ ਹੋ ਜਾਂਦੇ ਹਨ।
ਤਿਨ ਕੀ ਸ਼ੋਭਾ ਨਿਰਮਲੀ ਪ੍ਰਗਟ ਭਈ ਜਹਾਨ। ਫਿਰ ਉਹਨਾਂ ਦਾ ਆਦਰ ਹੈ ਜਿਹੜਾ ਉਹ ਸਭ ਥਾਂ ਤੇ ਹੁੰਦਾ ਹੈ। ਜਿਹੜੇ ਪ੍ਰਧਾਨ ਹੋ ਜਾਂਦੇ ਹਨ ਉਹਨਾਂ ਦੀ ਬੇਦਾਗ ਸ਼ੋਭਾ ਵਡਿਆਈ ਸਾਰੇ ਜਹਾਨ ਵਿੱਚ ਉੱਗੀ ਹੋ ਜਾਂਦੀ ਹੈ। ਭਾਵੇਂ ਲੱਖ ਕੋਈ ਉਹਨਾਂ ਨੂੰ ਜਿਉਂਦੇ ਜੀ ਮਾੜਾ ਆਖੇ, ਪਰ ਉਹ ਹਮੇਸ਼ਾ ਦੇ ਲਈ ਸਮਾਜ ਦੇ ਲਈ ਚਾਨਣ ਮੁਰਾਰਾ ਬਣ ਜਾਂਦੇ ਹੈ। ਹਮੇਸ਼ਾ ਦੇ ਲਈ ਸਮਾਜ ਨੂੰ ਜਿਹੜੀ ਹੈ ਉਹ ਸਿੱਖਿਆਦਾਇਕ ਜਿਹੜਾ ਰਸਤਾ ਉਹ ਦਰਸਾਉਂਦੇ ਰਹਿੰਦੇ ਹੈ। ਹੁਣ ਉਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵਿਰੋਧੀ ਵੀ ਦੇਖੋ ਕਿੰਨੇ ਸਨ, ਕਿੰਨੇ ਵਿਰੋਧੀ ਸਨ ਕਿ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਸਨ। ਇਨਾਮ ਵੀ ਰੱਖ ਦਿੱਤੇ ਗਏ, ਹੋਰ ਵੀ ਕਈ ਕੁਛ, ਕਈ ਮਹੀਨੇ ਜਿਹੜੀਆਂ ਫੌਜਾਂ ਵੀ ਲਾ ਦਿੱਤੀਆਂ। ਪਰ ਅੱਜ ਪਤਾ ਲੱਗਦਾ ਹੈ ਨਾ ਕਿ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਮਾਜ ਵਾਸਤੇ ਅਤੇ ਇਸ ਦੇਸ਼ ਵਾਸਤੇ ਜਾਂ ਸਮੁੱਚੀ ਮਾਨਵਤਾ ਦੇ ਲਈ ਕੀ ਕਰਕੇ ਗਏ। ਕਿ ਪਹਿਲਾਂ ਆਪਣੇ ਪਿਤਾ ਨੂੰ ਤਾਂ ਆਖਦੇ ਨੇ ਨਾ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਤੇ ਹੋਰ ਕੋਈ ਹੈ ਹੀ ਨਹੀਂ ਕਿ ਜਿਹੜਾ ਜਾ ਕੇ ਔਰੰਗਜ਼ੇਬ ਨਾਲ ਗੱਲ ਕਰੇ। ਪਰ ਅਕਿਰਤ ਘਣ ਬੰਦੇ ਹੁੰਦੇ ਆ ਜਿਹੜੇ, ਉਹ ਹਮੇਸ਼ਾ ਹੀ ਜਿਹੜਾ ਹੈ ਉਹ ਤੁਹਾਡੇ ਕੀਤੇ ਅਹਿਸਾਨ ਦਾ ਮੁੱਲ ਨਹੀਂ ਪਾਉਂਦੇ। ਅਕਿਰਤ ਘਣ ਹੁੰਦੇ ਨੇ ਜਿਨ੍ਹਾਂ ਨੂੰ ਕਹਿ ਦਈਏ ਕਿ ਜਿਹੜੇ ਚੂਹੇ ਵਰਗੇ ਹੁੰਦੇ ਆ ਕਿ ਭਾਵੇਂ ਕੋਈ ਲੱਖ ਉਹਨਾਂ ਨੂੰ ਡੁੱਬਦੇ ਨੂੰ ਕੱਢ ਲਿਓ, ਆਪਣੇ ਕੋਈ ਪੰਛੀ ਡੁੱਬਦੇ ਚੂਹੇ ਨੂੰ ਬੱਚਿਆਂ ਨੂੰ ਕੱਢ ਲਿਆਏ ਤਾਂ ਵੀ ਉਹ ਜਦੋਂ ਆਪਣੇ ਖੰਭਾਂ ਥੱਲੇ ਰੱਖ ਲਏ ਨਾ ਕਿ ਚੱਲ ਕੋਈ ਗੱਲ ਨਹੀਂ ਥੋੜ੍ਹੀ ਦੇਰ ਬਚਾ ਲੈਣਾ, ਤੇ ਉਹ ਉਹਦੇ ਖੰਭ ਕੁਤਰ ਦਿੰਦੇ ਆ। ਇਹ ਐਸਾ ਹੈ, ਅਕਿਰਤ ਘਣ ਲੋਕ ਬਹੁਤ ਹੁੰਦੇ ਆ ਹਰ ਸਮਾਜ ਦੇ ਵਿੱਚ, ਹਰ ਥਾਂ ਤੇ ਹੁੰਦੇ ਆ ਜਿਹੜੇ ਅਕਿਰਤ ਘਣ ਹੁੰਦੇ, ਜਿਨ੍ਹਾਂ ਦਾ ਉਸ ਰੱਬ ਦੇ ਨਾਲ ਕੋਈ ਸਾਂਝ ਦੂਤ ਨਹੀਂ ਹੁੰਦੀ, ਬਸ ਉਹ ਆਪਣਾ ਆਪਾ ਹੀ ਅੱਗੇ ਰੱਖਦੇ ਆ। ਇਸ ਕਰਕੇ ਪਾਤਸ਼ਾਹ ਜੀ ਆਖਦੇ ਜਿਹੜੇ ਪ੍ਰਧਾਨ ਹੁੰਦੇ ਨੇ, ਜਿਨ੍ਹਾਂ ਦੇ ਅੰਦਰ ਉਸ ਮਾਲਕ ਦੇ ਗੁਣ ਫਿਰ ਹੁੰਦੇ ਹਨ, ਉਹ ਫਿਰ ਜਹਾਨ ਦੇ ਉੱਤੇ ਦਾਗ ਰਹਿਤ ਸ਼ੋਭਾ ਪਾਉਂਦੇ ਆ। ਕਿ ਭਾਵੇਂ ਲੱਖ ਕੋਈ ਆਖੀ ਜਾਏ, ਪਰ ਅਸਲ ਦੇ ਵਿੱਚ ਉਹ ਸੱਚੀ ਸ਼ਖਸੀਅਤ ਦੇ ਤੌਰ ਤੇ ਹਮੇਸ਼ਾ ਦੇ ਲਈ ਜਿਹੜੇ ਹਨ ਉਹ ਚਮਕਦੇ ਰਹਿੰਦੇ ਹਨ। ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ। ਹੇ ਨਾਨਕ ਆਖ, ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਦਾ ਸਿਮਰਨ ਕੀਤਾ ਹੈ, ਪਿਆਰੇ ਪਰਮੇਸ਼ਰ ਨੂੰ ਧਿਆਇਆ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਸਤਿਗੁਰੂ ਜੀ ਰਹਿਮਤ ਕਰਨ। 80 ਸ਼ਬਦਾਂ ਦੀ ਟੋਟਲ ਜਿਹੜੀ ਹੈ ਆਪਾਂ ਹੁਣ ਤੱਕ ਸਹਿਜ ਪਾਠ ਦੇ ਰੂਪ ਵਿੱਚ ਵਿਚਾਰ ਜਿਹੜੀ ਸੰਪੂਰਨ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ। ਅਗਾਂਹ ਵੀ ਸਾਨੂੰ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜ ਕਰਕੇ ਰੱਖਣਾ ਕਰਨ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।